ਨਿਊਕਲੀਅਸ ਰੇਡੀਅਸ ਐਸਟੀਮੇਟ ਐਟੋਮਿਕ ਰੇਡੀਅਸ ਆਫ ਦੀ ਆਰਡਰ। ਇਹ ਵੀ ਫੈਕਟ ਹੈ ਕਾਕੇ, ਹਨਾ। ਇਹਦੇ ਜਿਹੜਾ ਆਪਾਂ ਨੂੰ ਸਾਈਜ਼ ਪਤਾ ਹੈ ਨਿਊਕਲੀਅਰ ਰੇਡੀਅਸ ਦਾ, ਆਪਾਂ ਨੂੰ ਨਿਊਕਲੀਅਸ ਦਾ ਆਪਾਂ ਨੂੰ ਸਾਈਜ਼ ਪਤਾ ਹੈ ਜਿਹੜਾ ਹੁੰਦਾ ਹੈ, ਹਨਾ, r ਇਜ਼ ਇਕੁਅਲ ਟੂ r ਨੋਟ ਕਰਕੇ ਇਹਦੀ ਪਾਵਰ 1/3 ਤੋਂ। ਠੀਕ ਹੈ, ਫਿਰ ਐਟਮ ਦਾ ਵੀ ਇੱਕ ਐਵਰੇਜ ਆਪਾਂ ਨੂੰ ਅੰਦਾਜ਼ਾ ਹੁੰਦਾ ਹੈ ਸਾਈਜ਼ ਦਾ। ਦੋਵੇਂ ਫੈਕਟਸ ਹੈ, ਆਂਸਰ ਯਾਦ ਕਰ ਲਓ ਜੋ ਵੀ ਹੈਗਾ। Nuclear fusion reaction temperature to which gases must be heated is this much. Potential energy between the two nuclei is the closest to potential and kinetic। ठीक है, ਇਹਦੇ ਵਿੱਚ ਕੀ ਹੈ? ਟੈਂਪਰੇਚਰ ਦਿੱਤਾ ਹੋਇਆ ਆਪਾਂ ਨੂੰ, ਠੀਕ ਹੈ। ਫਿਰ ਪੁੱਛ ਰਿਹਾ potential energy between two nuclei is closest to, ਦੋ ਨਿਊਕਲੀਅਸ ਦੇ ਵਿੱਚ potential energy। ਇਹਨੂੰ ਆਪਾਂ ਕੱਢ ਸਕਦੇ ਹਾਂ ਏਦਾਂ, ਸੋਚੋ ਕਿ ਜਿਹੜਾ ਨਿਊਕਲੀਅਸ ਤੇ ਨਿਊਕਲੀਅਸ ਜਦੋਂ ਮੀਟ ਕਰਦੇ ਆ ਨਾ, ਜਦੋਂ ਇਹ ਫਿਊਜ਼ ਹੋਣ ਦੀ ਕੋਸ਼ਿਸ਼ ਕਰਦੇ ਆ, ਤਾਂ ਇਹਨਾਂ ਨੂੰ ਇੱਥੋਂ ਰਿਪਲਸ਼ਨ ਮਿਲਦਾ ਹੈ, ਹਨਾ, ਬਿਕੋਜ਼ ਬੋਥ ਨਿਊਕਲੀਅਸ ਆਰ ਪੋਜ਼ਿਟਿਵਲੀ ਚਾਰਜਡ। ਐਵੇਂ ਬੜਾ ਸੀ ਕਿ ਟੈਂਪਰੇਚਰ ਨੂੰ ਬਹੁਤ ਜ਼ਿਆਦਾ ਹਾਈ ਹੋਣਾ ਪਊਗਾ ਤਾਂ ਕਿ ਉਸ ਹਾਈ ਟੈਂਪਰੇਚਰ ਤੇ ਇੰਨੀ ਕੁ ਕਾਈਨੈਟਿਕ એનર્ਜੀ ਜਨਰੇਟ ਹੋ ਜੇ ਜਿਹੜੀ ਉਸ ਪੋਟੈਂਸ਼ੀਅਲ એનર્ਜੀ ਦੇ ਬੈਰੀਅਰ ਨੂੰ ਕ੍ਰਾਸ ਕਰ ਸਕੇ ਬੇਸਿਕਲੀ। ਠੀਕ ਹੈ, ਤਾਂ ਆਪਾਂ ਇਹਨਾਂ ਨੂੰ ਮਿਕਸ ਕਰਵਾ ਦੇਣਾ। ਤਾਂ ਉੱਦਾਂ ਜਿਹੜੀ ਕਾਈਨੈਟਿਕ એનર્ਜੀ ਉਹ ਟੈਂਪਰੇਚਰ ਨਾਲ ਪ੍ਰੋਵਾਈਡ ਕਰਦੇ ਹਾਂ ਆਪਾਂ, ਮਤਲਬ ਕਾਈਨੈਟਿਕ એનર્ਜੀ ਕਿਵੇਂ ਆਈ ਹੋਊਗੀ, ਜਿਹੜਾ ਉੱਥੇ ਟੈਂਪਰੇਚਰ ਆਪਾਂ ਦਿੱਤਾ ਹੋਊਗਾ 3/2 kT ਉੱਥੋਂ ਹੀ ਬਣ ਗਈ। ਠੀਕ ਹੈ, ਔਰ ਇੰਨੀ ਕਾਈਨੈਟਿਕ એનર્ਜੀ ਹੈ ਕਿ ਦਿਸ ਵਿਲ ਬੀ ਇਨਫ ਟੂ ਮੇਕ them ਮੀਟ, ਦੋਵੇਂ ਨਿਊਕਲੀਅਸ। ਤਾਂ ਆਪਾਂ ਪਹਿਲਾਂ ਇਹਨਾਂ ਦੋਨੋਂ ਨਿਊਕਲੀਅਸ ਨੂੰ ਦੂਰ ਮੰਨ ਲੈਂਦੇ ਹਾਂ। ਠੀਕ ਹੈ ਜੀ, ਦੂਰ ਹੈ ਤਾਂ ਇਹਨਾਂ ਦੀ ਇਨੀਸ਼ੀਅਲ ਇਹ 0 ਹੋਗੀ, ਇਨੀਸ਼ੀਅਲ ਕਾਈਨੈਟਿਕ ਆਪਣੇ ਕੋਲੇ 3/2 kT ਹੋਗੀ। ਫਿਰ ਇਹ ਦੋਵੇਂ ਨਿਊਕਲੀਅਸ ਇੱਕ ਦੂਜੇ ਤੇ ਪਾਸ ਆ ਜਾਂਦੇ ਆ। ਜਦੋਂ ਇਹ ਪਾਸ ਆ ਜਾਣਗੇ ਉਸ ਤੋਂ ਬਾਅਦ ਮੇਬੀ ਇੱਕ ਨਿਊਕਲੀਅਰ ਅਟਰੈਕਸ਼ਨ ਜਿਹੜੀ ਉਹ ਐਕਟੀਵੇਟ ਹੋ ਜਾਊਗੀ, ਤਾਂ ਫਿਰ ਹੁਣ ਬੰਦੇ ਮੀਟ ਕਰ ਸਕਣਗੇ। ਕਿ ਆਪਾਂ ਇਹਨਾਂ ਨੂੰ ਸਿਰਫ ਨੇੜੇ ਲਿਆਉਣਾ ਸੀਗਾ, ਹੈ ਨਾ ਉੱਤਰ। ਤੇ ਜੇ ਨੇੜੇ ਆਉਣਗੇ ਤਾਂ ਇਹਨਾਂ ਦੀ ਪੋਟੈਂਸ਼ੀਅਲ એનર્ਜੀ ਕੱਢੀ ਜਾ ਸਕਦੀ ਹੈ, ਦੋ ਚਾਰਜ ਹੈ ਰਾਉਂਡ ਰਾਉਂਡ। ਠੀਕ ਹੈ, ਤੇ ਆਪਣੀ ਇਹਨਾਂ ਦੀ ਪੋਟੈਂਸ਼ੀਅਲ એનર્ਜੀ ਲਿਖੀ ਜਾਊਗੀ ਕਿੰਨੀ, KQ1 Q2 ਬਾਏ ਜਿਹੜਾ ਆਪਣਾ ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ ਹੁੰਦਾ ਇਲੈਕਟ੍ਰੋਸਟੈਟਿਕ ਫੋਰਸ ਵਾਲਾ, ਪਲੱਸ ਮਾਈਨਸ ਹੁੰਦਾ ਜੋ ਵੀ ਹੁੰਦਾ, ਦੇਖ ਲਈ ਇੱਕ ਵਾਰੀ। ਸੀ ਟਾਈਪ, ਹਾਂ ਮੇਰੇ ਬੈਗ ਦੀ ਫਰੰਟ ਬੈਂਚ ਹੋਊਗਾ। ਠੀਕ ਹੈ, ਤਾਂ ਇਹਦੇ ਵਿੱਚ ਆਪਣੇ ਕੋਲੇ ਸੀਨ ਐਸਾ ਹੈ ਕਿ ਲੇਕਿਨ ਇਹਨੂੰ ਸੋਲਵ ਕਰਨ 'ਚ ਸਮੱਸਿਆ ਆਪਾਂ ਨੂੰ ਆਊਗੀ। ਨਹੀਂ ਨਹੀਂ ਨਹੀਂ, ਸੋਲਵ ਕਰਨ 'ਚ ਮੈਨੂੰ ਲੱਗਦਾ ਕੋਈ ਸਮੱਸਿਆ ਨਹੀਂ ਆਊਗੀ, ਕਿਉਂਕਿ ਜਿਹੜੇ ਦੋ ਬੰਦੇ ਤੁਸੀਂ ਫਿਊਜ਼ ਕਰਵਾਏ ਆ, 2 ਹਾਈਡਰੋਜਨ 3 ਹਾਈਡਰੋਜਨ ਹੈ, ਤਾਂ ਉਹਨਾਂ ਦਾ ਸਾਈਜ਼ ਆਪਾਂ ਨੂੰ ਵੈਸੇ ਹੀ ਪਤਾ ਹੈ। ਦੋ ਹਾਈਡਰੋਜਨ ਦਾ ਵੀ ਰੇਡੀਅਸ ਤੋਂ ਕੱਢ ਸਕਦੇ ਹੈ ਨਾ, ਜਦੋਂ ਇਹ ਮੀਟ ਕਰਨਗੇ ਤਾਂ ਇਹਨਾਂ ਦੇ ਵਿੱਚ ਡਿਸਟੈਂਸ ਕੀ ਆਊਗਾ, ਇਧਰੋਂ ਆਊਗਾ ਰੇਡੀਅਸ ਆਫ ਲਾਈਕ 2 ਵਾਲਾ ਐਚ, ਇਧਰੋਂ ਰੇਡੀਅਸ ਆਊਗਾ 3 ਵਾਲਾ ਐਚ, ਤੇ ਟੋਟਲ ਇਹਨਾਂ ਦੇ ਵਿੱਚ ਜਿਹੜਾ ਗੈਪ ਪਾਇਆ ਜਾਊਗਾ, ਰਾਈਟ, ਉਹ ਗੈਪ ਆਪਾਂ ਕੱਢ ਸਕਦੇ ਹਾਂ, ਮਤਲਬ ਸੈਂਟਰਸ ਦੇ ਵਿੱਚ ਸੈਪਰੇਸ਼ਨ। ਚਾਰਜ ਦੋਵਾਂ ਦਾ ਆਪਾਂ ਨੂੰ ਪਤਾ ਹੀ ਹੈ, ਦੋਵਾਂ ਦੇ ਨਿਊਕਲੀਅਸ ਤੇ ਕਿੰਨਾ ਹੈ, ਇੱਕ ਇੱਕ ਪ੍ਰੋਟੋਨ ਹੈ ਦੋਵਾਂ ਕੋਲੇ, ਪ੍ਰੋਟੋਨ ਤੇ ਇੱਕ ਕੀ ਹੈ। ਚਾਰਜ ਦੋਵਾਂ ਦਾ ਹੋ ਗਿਆ +E+C, ਡਿਸਟੈਂਸ ਦੋਵਾਂ ਦਾ ਹੋ ਜਾਊਗਾ ਰੇਡੀਅਸ ਦਾ ਸਮ। ਠੀਕ ਹੈ, ਤੇ ਰੇਡੀਅਸ ਦਾ ਸਮ ਕਰਕੇ ਆਪਣੇ ਕੋਲ R ਆ ਜਾਊਗਾ, ਤੇ ਫਿਰ ਆਪਾਂ ਇਹਦੀ ਉਹ ਕਰ ਦਾਂਗੇ એનર્ਜੀ ਕੰਜ਼ਰਵੇਸ਼ਨ। ਇਨੀਸ਼ੀਅਲ એનર્ਜੀ ਇਜ਼ ਇਕੁਅਲ ਟੂ ਟੋਟਲ ਫਾਈਨਲ, ਫਾਈਨਲ ਚ K ਨੂੰ 0 ਕਰ ਦਾਂਗੇ ਕਿ ਐਕਸਟਰਾ ਕੁਝ ਨਹੀਂ ਬਚਿਆ ਵੀ, ਸਾਰੀ ਕੰਜ਼ਿਊਮ ਹੋਗੀ ਮਿਲਣ ਤੱਕ। In nature ratio of isotopes of boron this and this is, ਇਹਦਾ ਆਈ ਗੈਸ ਕੋਈ ਹੁੰਦਾ ਫਾਰਮੂਲਾ ਹੁੰਦਾ ਰਾਜੇ, ਮੈਨੂੰ ਪਤਾ ਨਹੀਂ ਹੈਗਾ, ਸ਼ਾਇਦ ਤੁਹਾਨੂੰ ਕੈਮਿਸਟਰੀ ਵਾਲੇ ਟੀਚਰ ਵੀ ਪੜਾਉਂਦੇ ਹੋਣ। ਇਹਦਾ ਇੱਕ ਨਾ ਪਰਸੈਂਟੇਜ ਦਾ ਫਾਰਮੂਲਾ ਹੁੰਦਾ ਹੈ ਕਿ ਜਿਹੜੇ ਆਈਸੋਟੋਪਸ ਆ ਉਹ ਕਿੰਨੀ ਕਿੰਨੀ ਮਾਤਰਾ ਚ ਪਾਏ ਜਾਂਦੇ ਆ। ਠੀਕ ਹੈ, ਇੱਕ ਵਾਰੀ ਇਹਨੂੰ ਛੱਡ ਦੋ, ਆਪਾਂ ਫਿਰ ਲੱਭ ਲਾਂਗੇ ਫਾਰਮੂਲਾ ਜੇ ਤੁਹਾਨੂੰ ਨਹੀਂ ਕਰਾਇਆ ਤਾਂ। Which of the following is incorrect? ਇੰਡੀਪੈਂਡੈਂਟ ਚਾਰਜ ਹੈ, ਸਹੀ ਗੱਲ ਹੈ। ਨਿਊਕਲੀਅਰ ਫੋਰਸ ਆਰ ਡਰਾਈਵਡ ਫਰਮ ਕੁਆਕ ਕੁਆਕ ਇੰਟਰੈਕਸ਼ਨ, ਹਾਂ ਬਿਲਕੁਲ, ਉਹਨਾਂ ਦੇ ਅੰਦਰ ਕੁਆਕਸ ਹੁੰਦੇ ਆ, ਆਪਾਂ ਪੜ੍ਹਦੇ ਨਹੀਂ ਹੈਗੇ ਵੀ ਡੀਪਰ ਡਾਊਨ, ਹਨਾ। ਯੈਸ। ਹੈਡਰੋਨਸ ਡੂ ਨਾਟ ਐਕਸਪੀਰੀਅੰਸ, ਨਹੀਂ ਨਹੀਂ ਇਹ ਛੱਡ ਦੋ, ਇਹਦਾ ਆਪਾਂ ਨੂੰ ਕੋਈ ਮਤਲਬ ਨਹੀਂ ਇਸ ਕੁਐਸਚਨ ਨਾਲ, ਇਹ ਜੋ ਇੱਥੇ ਗੱਲਾਂ ਹੋ ਰਹੀਆਂ ਆਪਾਂ ਨੂੰ ਨਹੀਂ ਪੁੱਛੀਆਂ ਜਾਣਗੀਆਂ ਬਿਲਕੁਲ ਵੀ। ਠੀਕ ਹੈ, ਬਿਲਕੁਲ ਛੱਡ ਦੋ। ਹਾਂ, ਬਾਕੀ ਜੋ ਇੱਥੋਂ ਜੋ ਵੈਰੀਫਾਈ ਕਰ ਸਕਦੇ ਆ, ਇੰਡੀਪੈਂਡੈਂਟ ਚਾਰਜ ਹੁੰਦਾ ਹੈ, ਕੁਆਰਕ ਕੁਆਰਕ ਤੋਂ ਬਣਦਾ ਹੈ, ਯੈਸ। ਉਸ ਤੋਂ ਬਾਅਦ ਨਿਊਕਲੀਅਰ ਫੋਰਸ ਸੈਂਟਰਲ ਹੁੰਦੀ ਹੈ, ਨਹੀਂ ਸੈਂਟਰਲ ਨਹੀਂ ਹੁੰਦੀ ਹੈ, ਬਹੁਤ ਰੈਂਡਮ ਹੁੰਦੀ ਹੈ, ਅਜੀਬ ਹੁੰਦੀ ਹੈ, ਤਾਂ ਉਹ ਵੀ ਟਰੂ ਲਿਖਿਆ ਹੋਇਆ ਸੀ ਕਿ ਇਟ ਇਜ਼ ਨਾਟ ਅ ਸੈਂਟਰਲ ਫੋਰਸ। ਠੀਕ ਹੈ, ਅੱਗੇ ਜੇ ਉਹ ਫਾਲਸ ਲਿਖਿਆ ਹੋਇਆ ਹੈ, ਤਾਂ ਫਿਰ ਉਹ ਵੀ ਚਲੋ ਪੜ੍ਹ ਲੈਣੇ, ਹਾਈਡਰੋਨਸ ਡੂ ਨਾਟ ਐਕਸਪੀਰੀਅੰਸ ਸਟਰੋਂਗ ਨਿਊਕਲੀਅਰ ਫੋਰਸ, ਮਤਲਬ ਇਹ ਗਲਤ ਲਿਖਿਆ ਹੈ, ਮਤਲਬ ਐਕਸਪੀਰੀਅੰਸ ਕਰਦੇ ਹੋਣਗੇ, ਹੈ ਨਾ, ਵੀ ਡੋਂਟ ਕੇਅਰ। Element with principal quantum number were not allowed in nature, then the number of possible elements would be, number of electron possible in a shell is given by this, and is the number of shell.
नहीं यार, ਇਹ ਮੈਂ ਨਹੀਂ, ਮੈਨੂੰ ਬਿਲਕੁਲ ਆਈਡੀਆ ਨਹੀਂ ਹੈ ਇਹਦਾ। ਹਨਾ, ਇਹ ਵੀ ਕੋਈ ਰੂਲ ਹੁੰਦਾ ਹੋਗਾ ਮੇ ਬੀ, ਆਈ ਡੋंट नो। ठीक है, एलिमेंट प्रिंसिपल क्वांटम नॉट अलाउड इन नेचर द नंबर ऑफ पॉसिबल एलिमेंट्स, नहीं, आई डोंट नो। फिर 17, हाउ मेनी टाइम्स डज द इलेक्ट्रॉन गो अराउंड द फर्स्ट बोर ऑर्बिट, फ्रीक्वेंसी पूछी हुई है, हाउ मेनी टाइम्स मतलब फ्रीक्वेंसी। तो जी फ्रीक्वेंसी पैदा कर सकते हैं। फ्रीक्वेंसी इज द रेसिप्रोकल ऑफ टाइम, टाइम इज 2 पाई आर बाई वी। ਤੇ ਫਿਰ ਜਿਹੜਾ ਬੋਹਰ ਮਾਡਲ ਜਦੋਂ ਇਲੈਕਟ੍ਰੋਨ ਘੁੰਮਦਾ ਤਾਂ ਬੇਸਿਕਲੀ ਉਹ ਸਰਕੂਲਰ ਮੋਸ਼ਨ ਹੀ ਕਰ ਰਿਹਾ ਹੁੰਦਾ, ਹੋਰ ਕੁਝ ਥੋੜੀ ਹੈ। ਤਾਂ ਪਹਿਲੇ ਆਰਬਿਟ ਦੀ ਵੈਲੋਸਿਟੀ ਵੀ ਨੋ, ਪਹਿਲੇ ਆਰਬਿਟ ਦਾ ਰੇਡੀਅਸ ਵੀ ਨੋ, ਦੈਟ ਮੀਨਸ frequency we can calculate. Then minimum wavelength of X-rays produced are celebrating this. क्या चक्कर है इसमें? अच्छा एक्सरेज है, तो सॉरी, ओह स्टॉप स्टॉप, ये तो एक्सरे है पुत्र, इन्हों एक्सरे में छड़ दो, है ना, ये तो बाहर है अपने कोर्स चो। 29 छड़ दो, 30 एक्सरेज, 31 एक्सरेज छड़ दो। वेवलेंथ ऑफ के अल्फा लाइन छड़ दो, एक्सरे दा है। Potential difference V apply to a Coolidge tube, ये एक्सरे दा है। If the emitted radiation falls in the microwave region, the device is termed as, कुछ नहीं, याद कर ले पुत्र जो भी है ना, फैक्चुअल स्टफ है। के अल्फा ए एक्सरे। Situation possible inversion is likely to situation of population inversion, ये आई थिंक की कहना चाहता है बंदा, population नहीं, population आई डोंट नो, इन्हों ही छੱਡ ਦੇ, कोई चक्कर नहीं, मे बी एक्सरे ਦਾ कुछ ਹੁੰਦਾ ਹੋਊਗਾ ना। या लिखा हुआ, चले लिखा हुआ आंसर बड़ा, सिचुएशन मींस व्हेन मोर एटम्स इन अ ग्रुप आर एक्साइटेड। नहीं 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 नहीं, छोड़ दो। 39 लेजर मेटास्टेबल से छड़ देगा के, एक्सरे छड़ दो, ये सारे एक्सरे वाले ना। फर्स्ट एक्साइटेड हाइड्रोजन पोटेंशियल हाइड्रोजन, ਇਹ ਤਾਂ ਕਰ ਸਕਦੇ ਹਾਂ ਤੁਸੀਂ 7th। फर्स्ट एक्साइटेड स्टेट ਦੀ એનર્ਜੀ ਦਿੱਤੀ ਹੋਈ ਹੈ। then the potential energy of a hydrogen atom in the ground state can be assumed to be, ਕਿਉਂ ਐ ਹੁੰਦਾ ਹੈ ਨਾ ਵੀ ਆਪਣੀ ਪ੍ਰੋਪੋਰਸ਼ਨੈਲਿਟੀ ਚੱਲਦੀ ਹੈ, ਆਪਾਂ ਕੀ ਕਹਿੰਦੇ ਆ ਕਿ એનર્ਜੀ ਜਿਵੇਂ ਸਮ ਕਾਂਸਟੈਂਟ ਟਾਈਮਸ ਹੈ ਨਾ, ਕੁਝ ਪ੍ਰੋਪੋਰਸ਼ਨੈਲਿਟੀ ਹੁੰਦੀ ਹੈ ਨਾ, ਜੇ ਆਪਾਂ ਲਿਖਦੇ ਆ -13.6 z ਸਕੁਆਇਰ ਐਂਡ ਸਕੁਆਇਰ, ਮੈਨੂੰ ਨਹੀਂ ਪਤਾ, ਕੁਛ ਨਾ ਕੁਛ ਹੁੰਦਾ ਇੱਥੇ। ਉਦਾਂ ਉਹ ਕਹਿੰਦਾ ਕਿ ਮੰਨ ਲਓ ਜੀ ਵੈਲਿਊ ਚੇਂਜ ਕਰਤੀ ਗਈ, ਤਾਂ ਵਟ ਵੀ ਨੋ ਇਸ ਕਿ એનર્ਜੀ ਮਸਟ ਬੀ ਸਮ ਕਾਂਸਟੈਂਟ ਟਾਈਮਸ z ਸਕੁਆਇਰ ਬਾਈ n ਸਕੁਆਇਰ ਔਰ ਵਟਐਵਰ। ਠੀਕ ਹੈ, ਹੁਣ ਉਹ ਕਹਿ ਰਿਹਾ ਜੀ ਮੈਂ ਸੈਕੰਡ ਆਰਬਿਟ ਦੀ ਤੁਹਾਨੂੰ ਪਹਿਲਾਂ ਦੱਸ ਦਿੰਨਾ, ਮਤਲਬ ਕਿ ਕਹਿੰਦਾ ਵੀ ਤੁਸੀਂ ਇਹਨੇ ਪਹਿਲਾਂ 2 ਪਾ ਕੇ ਦੇਖ ਲਓ, z ਉਹਦਾ 1 ਪਾ ਕੇ ਦੇਖ ਲਓ, ਉਹ એનર્ਜੀ ਕਹਿੰਦਾ ਮੈਂ ਤੈਨੂੰ ਦੱਸ ਰਿਹਾ, ਦੈਟ ਮੀਨਸ ਤੂੰ ਸਾਨੂੰ ਕਾਂਸਟੈਂਟ ਦੇ ਰਿਹਾ। ਠੀਕ ਹੈ, ਤਾਂ ਕਾਂਸਟੈਂਟ ਸਾਨੂੰ ਮਿਲ ਜੂਗਾ ਤੇ ਉਹ ਕਾਂਸਟੈਂਟ ਹੀ ਲਾਈਕ, ਸਮਝ ਗਿਆ, એનર્ਜੀ ਹੈ ਆਪਣੀ। ਪਰ ਦੁਬਾਰਾ ਉਹੀ ਕਾਂਸਟੈਂਟ ਯੂਜ਼ ਕਰਕੇ ਆਪਾਂ E is equal to c z ਸਕੁਆਇਰ n ਚ ਦੁਬਾਰਾ n1 ਪਾ ਦਾਂਗੇ ਤਾਂ ਫਿਰ ਗਰਾਊਂਡ ਦੀ ਆ ਜਾਊਗੀ। Energy required to remove one of electrons for this, then what is the value of energy required to convert a helium atom into alpha particle? Helium atom into alpha particle. Helium atom into alpha particle means ਉਹਨੂੰ doubly ionize ਕਰ ਦੇਣਾ ਯਾਰ। ਹੀਲੀਅਮ ਅਲਫਾ ਪਾਰਟੀਕਲ ਕੀ ਹੁੰਦਾ ਹੈ? ਡਬਲੀ ਆਇਨਾਈਜ਼ਡ ਹੀਲੀਅਮ ਐਟਮ ਹੁੰਦਾ ਹੈ ਨਾ, ਇਹਨੂੰ ਅਲਫਾ ਪਾਰਟੀਕਲ ਕਹਿੰਦੇ ਆਪਾਂ। ਪਹਿਲਾ ਨਿਊਕਲੀਅਸ ਨੇਕਡ। ਤਾਂ ਬੰਦਾ ਕੀ ਚਾਹ ਰਿਹਾ ਜੀ, ਇਹ ਜਿਹੜਾ ਹੀਲੀਅਮ ਹੈ ਇਹਦੇ ਦੋਵੇਂ ਇਲੈਕਟ੍ਰੋਨ ਕਰ ਦੋ ਤਾਂ ਕਿ ਇਹ 2+ ਬਣ ਜੇ, ਤਾਂ ਕਿ ਮਤਲਬ ਅਲਫਾ ਪਾਰਟੀਕਲ ਬਣ ਜੇ ਇਹ। ਠੀਕ ਹੈ, ਤੇ એનર્ਜੀ ਰਿਕੁਆਇਰਡ ਟੂ ਰਿਮੂਵ ਵਨ ਆਫ ਦ ਟੂ ਇਲੈਕਟ੍ਰੋਨਸ ਫਰੋਮ ਹੀਲੀਅਮ ਐਟਮ ਇਜ਼ 29.5 ਹੈ। ਠੀਕ ਹੈ, ਠੀਕ ਹੈ, ਮਤਲਬ ਜੇ ਤੁਸੀਂ ਪਹਿਲਾ ਇਲੈਕਟ੍ਰੋਨ ਕੱਢ ਦਿੰਦੇ ਹੋ ਤਾਂ ਉਹ 29.5 ਹੈ, ਮਤਲਬ ਕਿ ਹੁਣ ਇਹਦਾ ਪਹਿਲਾ ਐਟਮ ਜਾ ਚੁੱਕਿਆ ਹੈ। ਹੁਣ ਇਹ He, ਇੱਕ ਮਿੰਟ, ਪਲੱਸ ਬਣ ਚੁੱਕਿਆ ਹੈ ਹਨਾ, ਇਹਦੇ ਕੋਲ ਦੋ ਹੁੰਦੇ ਆ ਟੋਟਲ, ਤੇ He ਪਲੱਸ ਬਣ ਚੁੱਕਿਆ ਐਂਡ ਸਟਿਲ 1 ਇਲੈਕਟ੍ਰੋਨ ਰਿਮੇਨਸ। ਇੱਥੋਂ ਤੱਕ ਹਾਲੇ ਆਪਾਂ 29.5 એનર્ਜੀ ਦੇ ਚੁੱਕੇ ਹੋਵਾਂਗੇ ਪਹਿਲਾ ਇਲੈਕਟ੍ਰੋਨ ਕੱਢਣ ਲਈ, ਹੁਣ ਇੱਕ ਹੋਰ ਕੱਢਣਾ ਹੈ। ਠੀਕ ਹੈ, ਹੁਣ ਜਦੋਂ ਆਪਾਂ ਇਹਨੂੰ ਕੱਢਾਂਗੇ ਤਾਂ ਇਹ ਬੰਦਾ ਇੱਥੇ ਆਪਦੀ ਗਰਾਊਂਡ ਸਟੇਟ 'ਚ ਬੈਠਾ ਹੋਊਗਾ, ਤਾਂ ਇਹਨੂੰ ਕੱਢ ਦੇਣ ਲਈ ਹੁਣ ਫਰਦਰ ਕਿੰਨੀ એનર્ਜੀ ਚਾਹੀਦੀ ਆਪਾਂ ਕੱਢ ਸਕਦੇ ਹਾਂ। ਇਹਦਾ ਗਰਾਊਂਡ ਸਟੇਟ ਬਣੀ ਨਾ, ਫਸਟ ਆਰਬਿਟ ਬਣਿਆ, ਇਹਦੀ એનર્ਜੀ ਕੈਲਕੂਲੇਟ ਕਰ ਲਓ। એનર્ਜੀ ਇਜ਼ ਇਕੁਅਲ ਟੂ -13.6, ਜੋ ਵੀ ਇਹ ਫਾਰਮੂਲਾ ਹੁੰਦਾ ਉਹ ਲਾ ਕੇ, ਜੋ ਕਾਕੇ ਦੇ ਕੋਲ એનર્ਜੀ ਹੋਊਗੀ ਉਨੀ એનર્ਜੀ ਆਪਾਂ ਨੂੰ ਦਵਾਂਗੇ ਤਾਂ ਇਹ ਇਲੈਕਟ੍ਰੋਨ ਐਗਜ਼ਿਟ ਕਰੂਗਾ ਸਿਸਟਮ ਨੂੰ। ਤਾਂ ਇੰਨੀ એનર્ਜੀ ਆਪਣੀ ਪਹਿਲਾਂ ਲੱਗ ਚੁੱਕੀ ਹੈ, ਪਲੱਸ ਕੁਝ ਹੋਰ ਲੱਗ ਜੂਗੀ, ਤਾਂ ਦੋਵਾਂ ਨੂੰ ਕੱਢਣ 'ਚ ਆਪਣੀ ਇੰਨੀ એનર્ਜੀ ਲੱਗ ਗਈ ਨਾ। ਬਾਕੀ ਕਰੀ ਦੇਖ ਲਈ, ਮਤਲਬ ਮੈਂ ਤਾਂ ਇੰਨਾ ਇੰਨਾ ਕੀ ਜਾਣਦਾ ਇਹਦੇ ਬਾਰੇ।
Compton ਇਫੈਕਟ ਛੱਡ ਦੋ। Bohr model, it is assumed that the force between electron and proton varies as r ਦੀ ਪਾਵਰ 4 energy of the system will be। ਉਹ ਕਹਿੰਦਾ ਜੇ ਮੰਨ ਲਈਏ ਭਈ ਮੰਨ ਲਓ ਕੋਈ ਗੱਲ ਨਹੀਂ, ਫੋਰਸ ਤੇ એનર્ਜੀ ਦਾ ਰਿਸ਼ਤਾ ਹੁੰਦਾ ਹੈ, ਫੋਰਸ ਇਜ਼ ਮਾਈਨਸ du by dr, ਜਾਂ ਕਹਿ ਸਕਦੇ ਹਾਂ u is equal to f dr ਦੀ ਇੰਟੀਗ੍ਰੇਸ਼ਨ। ਇਹ ਨਾ ਫਾਰਮੂਲੇ ਆਪਣੇ ਕੋਲੇ, ਇੱਥੇ ਆਪਾਂ ਨੂੰ ਕੀ ਕਰ ਰਿਹਾ, ਫੋਰਸ ਦੇ ਰਿਹਾ, ਕਹਿੰਦਾ ਜੀ ਫੋਰਸ ਪ੍ਰੋਪੋਰਸ਼ਨਲ ਟੂ r4 ਹੈ। ਕੋਈ ਗੱਲ ਨਹੀਂ ਬਈ, ਫਿਰ એનર્ਜੀ ਦੀ ਪ੍ਰੋਪੋਰਸ਼ਨੈਲਿਟੀ ਆ ਜਾਊਗੀ, f dr ਦੀ ਇੰਟੀਗ੍ਰੇਸ਼ਨ ਕਰ ਦਾਂਗੇ, ਮਤਲਬ ਫੋਰਸ ਦੀ ਇੰਟੀਗ੍ਰੇਸ਼ਨ ਕਰਾਂਗੇ ਤਾਂ r ਦੀ ਪਾਵਰ 5/5 ਹੋ ਜਾਊਗਾ। ਸਮਝ ਆਈ ਗੱਲ? 5 ਦੀ 5 ਹੋ ਜਾਊਗਾ, ਤੇ ਜਿਹੜਾ ਰੇਡੀਅਸ ਹੈ, ਰੇਡੀਅਸ ਦੀ ਪ੍ਰੋਪੋਰਸ਼ਨੈਲਿਟੀ ਆਪਾਂ ਨੂੰ, ਅੱਛਾ ਇੱਥੇ n ਚ ਆਂਸਰ ਕਰਨਾ, ਬਹੁਤ ਹੀ ਸਮਾਰਟ ਕੁਐਸਚਨ ਹੈ ਦੇਖ। ਇਹ ਜੇ ਤੇਰੇ ਕੋਲ ਆਂਸਰ ਆਇਆ ਨਾ, ਇਹ ਹਾਲੇ r ਚ ਆਇਆ ਹੈ, ਮਤਲਬ u ਵਰਸਸ r ਪਤਾ ਲੱਗ ਗਿਆ ਤੈਨੂੰ। ਹੁਣ ਇਹਦੇ ਵਿੱਚ ਕੀ ਆਪਾਂ ਨੂੰ ਫਰਦਰ ਇਹ ਵੀ ਲਾਉਣਾ ਪੈਣਾ ਹੈ ਕਿ ਫੋਰਸ ਇਜ਼ ਇਕੁਅਲ ਟੂ mv² r ਹੁੰਦਾ ਹੈ, ਹਨਾ? ਤਾਂ ਕਿਉਂਕਿ ਆਪਾਂ n ਪਤਾ ਕਰਨਾ ਹੈ ਹਾਲੇ ਹੁਣ, ਕਿ n ਦੀ ਪ੍ਰੋਪੋਰਸ਼ਨੈਲਿਟੀ ਕਿਆ ਬੈਠੇਗੀ। ਤਾਂ ਇੱਕ ਪਾਸੇ ਆਪਾਂ એનર્ਜੀ ਸੋਲਵਿੰਗ ਕਰ ਲਈ, ਇੱਕ ਪਾਸੇ ਆਪਾਂ ਨੂੰ ਮਾੜੀ ਮੋਟੀ ਸਰਕਲ ਦੀ ਪੜ੍ਹਾਈ ਲਾ ਕੇ ਵੀ ਰੇਡੀਅਸ ਦਾ ਪ੍ਰੋਪੋਰਸ਼ਨੈਲਿਟੀ ਕੱਢਣੀ ਪੈਣੀ ਹੈ। ਜਾਂ ਆਪਾਂ ਲਾ ਦਿੰਦੇ ਹਾਂ l is equal to nh/2 ਲਾ ਦਈਏ। ਰੁਕ ਜਾ ਰੁਕ ਜਾ, f is equal to mv² r ਹੋ ਗਿਆ, ਇਹ ਸੈਂਟਰੀਪੀਟਲ ਹੋ ਗਈ ਆਪਣੀ, ਤੇ ਇਹ ਸੈਂਟਰੀਪੀਟਲ ਆਪਾਂ ਨੂੰ ਕਿਤੋਂ ਮਿਲ ਰਹੀ ਹੈ, r ਦੀ ਪਾਵਰ 4 ਤੋਂ ਮਿਲ ਰਹੀ ਹੈ, ਇਨਵਰਸਲੀ r ਦੀ ਪਾਵਰ 4 ਹੈ, ਸੌਰੀ, ਇੱਕ ਤਾਂ ਮਤਲਬ r ਦੀ ਪਾਵਰ ਇਹ -4 ਰਹਿਣਾ ਸੀ ਆਪਾਂ, ਠੀਕ ਹੈ, ਉਹ -4 ਦੇ ਹਿਸਾਬ ਨਾਲ ਇੰਟੀਗ੍ਰੇਸ਼ਨ ਕਰਕੇ ਆ ਜਾਂਦਾ ਇਹ, ਮਤਲਬ -4 ਦੀ ਇੰਟੀਗ੍ਰੇਸ਼ਨ ਕਰਦੇ ਤਾਂ -4 + 1 -3 ਬਣ ਜਾਂਦਾ ਇਹ, ਤੇ ਇਹਦੀ r -3 ਦੀ ਪ੍ਰਪੋਰਸ਼ਨੈਲਿਟੀ ਬਣੂਗੀ, ਠੀਕ ਹੈ, ਇੱਕ ਤਾਂ ਕਰੈਕਟ ਕਰ ਲਈ ਇਹ। ਫਿਰ ਇੱਕ ਆਪਣੇ ਕੋਲੇ ਫੋਰਸ ਆਈ ਹੈ ਵਿਚ ਇਜ਼ ਪ੍ਰੋਪੋਰਸ਼ਨਲ ਟੂ 1 ਕੀ ਪਾਵਰ r3, ਇਹ ਆਪਾਂ ਨੂੰ ਸੈਂਟਰੀਪੀਟਲ ਦੇ ਰਹੀ ਹੈ। ਨਾਰਮਲੀ ਆਪਾਂ ਕੀ ਮੰਨਦੇ ਹਾਂ, k q1 q2 by r² is mv²/r, ਇੱਥੋਂ ਚੀਜ਼ਾਂ ਚੱਲਦੀਆਂ। ਉਹ ਕਹਿੰਦਾ ਨਹੀਂ, ਹੁਣ ਇਹ ਵੈਲਿਡ ਨਹੀਂ ਹੈ, ਹੁਣ ਥੱਲੇ r ਦੀ ਪਾਵਰ 3 ਲੈ ਕੇ ਚੱਲੋ, ਕੁਐਸਚਨ ਡਿਮਾਂਡ ਕਰ ਰਿਹਾ। ਤਾਂ ਉੱਥੋਂ r ਦੀ ਪਾਵਰ 3 ਥੱਲੇ ਲਵਾਂਗੇ ਤਾਂ ਨਵਾਂ ਵੈਲੋਸਿਟੀ ਦਾ ਫਾਰਮੂਲਾ ਬਣੂਗਾ, ਸਾਰੇ ਫਾਰਮੂਲੇ ਚੇਂਜ ਹੋ ਜਾਣਗੇ ਨਾ, ਵੈਲੋਸਿਟੀ ਦਾ ਫਾਰਮੂਲਾ ਚੇਂਜ ਹੋ ਜਾਊਗਾ ਇੱਥੋਂ ਪਾਵਰ। ਫਿਰ ਐਂਗੂਲਰ ਮੋਮੈਂਟਮ ਆਪਾਂ nh/2 ਲਿਖਾਂਗੇ, ਤਾਂ ਐਂਗੂਲਰ ਮੋਮੈਂਟਮ ਵਿੱਚ ਤੇਰੇ mvr is equal to nh/2 ਆ ਗਿਆ। v ਦੀ ਪ੍ਰਪੋਰਸ਼ਨੈਲਿਟੀ ਤੈਨੂੰ ਪਤਾ ਲੱਗ ਚੁੱਕੀ ਹੋਊਗੀ r ਨਾਲ, ਉਹ v ਦੀ ਪ੍ਰਪੋਰਸ਼ਨੈਲਿਟੀ ਇੱਥੇ ਪੁੱਟ ਕਰੇਗਾ, ਤਾਂ ਇਹ ਟੋਟਲ ਹੁਣ ਇੱਥੇ r ਇੱਥੇ ਦਿਖਣ ਲੱਗ ਗਿਆ, r ਪਹਿਲਾਂ ਦਿਖ ਰਿਹਾ ਸੀ, ਤਾਂ ਤੈਨੂੰ ਪਤਾ ਲੱਗ ਜਾਊਗਾ ਵੀ r ਦਾ n ਨਾਲ ਕੀ ਰਿਸ਼ਤਾ ਹੈ। ਫਿਰ ਜਦੋਂ r ਦਾ n ਨਾਲ ਰਿਸ਼ਤਾ ਆ ਜਾਊਗਾ ਤੇ ਆਪਣੇ ਕੋਲੇ ਉਹਦਾ ਸਿਸਟਮ ਤਾਂ ਬਣਿਆ ਹੀ ਹੋਇਆ ਸੀ, ਆ ਦੇਖੋ ਪਹਿਲਾਂ ਹੀ, ਕਿ ਆਪਣਾ ਆਂਸਰ ਤਾਂ r ਦੀ -3 ਹੈ। ਹੁਣ r ਦੀ ਪ੍ਰਪੋਰਸ਼ਨੈਲਿਟੀ n ਨਾਲ ਆ ਚੁੱਕੀ ਹੈ, ਇੱਥੇ ਪੁੱਟ ਹੋ ਜੂਗੀ ਤਾਂ n ਚ ਆਂਸਰ ਆ ਜਾਊਗਾ। ਐਕਸ-ਰੇ ਛੱਡ ਦੋ, photon and electron both have wavelength this much, the ratio of energy of photon to that of electron is, ਦੋਵਾਂ ਦੀ wavelength ਦਿੱਤੀ ਹੋਈ ਹੈ ਤੇ ਰੇਸ਼ੀਓ ਆਫ એનર્ਜੀ ਕੱਢਣੀ ਹੈ ਫੋਟੋਨ ਤੇ ਇਲੈਕਟ੍ਰੋਨ ਦੀ, ਠੀਕ ਹੈ। ਵੈਸੇ ਤਾਂ ਮੈਂ ਪਹਿਲਾਂ ਵੀ ਹੋਲਡ ਕਰਾਇਆ ਹੋਇਆ, ਲੈਟਸ ਸੇ ਮੇਬੀ ਦਾ, ਚਲੋ ਮੈਂ ਬਾਅਦ ਚ ਦੱਸਦਾ ਫਿਰ ਚੰਗੀ ਤਰ੍ਹਾਂ। Photo electrons from metals do not come out with same energy, most appropriate explanation ਕਿਆ ਹੈ? ਸਹੀ ਗੱਲ ਹੈ ਵੀ ਸੇਮ ਨਾਲ ਬਾਹਰ ਨਹੀਂ ਆਉਂਦੇ, ਕੁਝ ਲੂਜ਼ ਕਰ ਜਾਂਦੇ ਆ, ਕੁਝ ਕਿਤੇ ਹੁੰਦਾ, ਕੋਈ ਕਿਤੇ ਹੁੰਦਾ, ਰੈਂਡਮ ਸਟਰਕਚਰ ਹੁੰਦਾ। ਆਂਸਰ ਥਰਡ ਦਿੱਤਾ ਹੋਇਆ, electrons in metal occupy different energy levels and work function is the minimum energy required for the electron in the highest level to get out of the metal। ਕਹਿ ਸਕਦੇ ਹੋ, ਬਿਲਕੁਲ ਸਹੀ ਗੱਲ ਹੈ ਵੀ ਜਿਹੜੇ ਬੰਦੇ ਨਿਕਲਣਗੇ ਉਹ ਸੇਮ ਸਿਚੁਏਸ਼ਨ ਚ ਨਹੀਂ ਨਿਕਲ ਰਹੇ ਹੁੰਦੇ, ठीक है। फिर for some electrons some part of energy gained during inelastic collision photon is spent in overcoming attractive force by nucleus। ठीक है, अच्छा, मोस्ट अप्रोप्रिएट एक्सप्लेनेशन, ये भी ठीक लग रही है यार। नहीं, electrons in metal occupy different energy levels and work function is the minimum energy required for electron in highest level। हाँ ठीक है, ये भी ठीक है। ओके ओके ओके, हाँ ठीक है, गुड है भी। ਹੀ ਇਜ਼ ਟ੍ਰਾਈਂਗ ਟੂ ਸੇ, ਕੀ ਕਹਿਣਾ ਚਾਹੁੰਦਾ ਬੰਦਾ, ਉਹ ਕਹਿਣਾ ਚਾਹੁੰਦਾ, ਕਹਿੰਦਾ ਜਿਵੇਂ ਕਿਸੇ ਦਾ ਮੰਨ ਲਓ ਵਰਕ ਫੰਕਸ਼ਨ ਜਿਹੜਾ ਹੈਗਾ, ਬਟ ਨਹੀਂ ਯਾਰ ਇਹ ਤਾਂ ਫਿਰ ਰੁਕੋ ਰੁਕੋ, ਮਤਲਬ ਉਹ ਕਹਿਣਾ ਚਾਹੁੰਦਾ ਕਿ ਜਿਵੇਂ ਵਰਕ ਫੰਕਸ਼ਨ ਡਿਫਰੈਂਟ ਹੁੰਦਾ ਹੈ, ਰਾਈਟ। ਤਾਂ ਇਹ ਸੇਮ ਕਿ ਜੇ ਆਪਾਂ ਮਿਨੀਮਮ ਵਰਕ ਫੰਕਸ਼ਨ ਦਿੰਦੇ, ਮੰਨ ਲਓ ਕਿ 5 ਦਿੰਦੇ, ਤਾਂ 5 ਵਾਲਾ ਬੰਦਾ ਬਾਹਰ ਆ ਜਾਂਦਾ। ਉਹ ਕਹਿਣਾ ਚਾਹ ਰਿਹਾ ਮੰਨ ਲਓ ਹੁਣ ਤੁਸੀਂ 7 ਦੇ ਰਹੇ ਹੋ, ਤਾਂ ਜਿਹੜਾ ਤਾਂ 5 ਵਾਲਾ ਸੀ
ਉਹ ਥੋੜਾ ਜਿਹਾ ਹੁਣ ਤੇਜ਼ ਬਾਹਰ ਆਉਣ ਲੱਗ ਜਾਊਗਾ, ਕਿਉਂਕਿ ਜਿਹਨੂੰ 5 ਹੀ ਚਾਹੀਦਾ ਸੀ, ਹੈਨਾ, ਉਹਨੂੰ 7 ਮਿਲ ਗਿਆ, ਤਾਂ ਉਹਦੇ ਕੋਲੇ ਐਕਸਟਰਾ 2 ਬਚ ਗਿਆ, ਤਾਂ ਉਹਨੇ ਉਹਨੂੰ ਆਪਦੀ ਕਾਈਨੈਟਿਕ એનર્ਜੀ ਬਣਾਇਆ। ਤਾਂ ਕੁਐਸਚਨ ਇਸ ਟ੍ਰਾਈਂਗ ਟੂ ਸੇ ਕਿ ਹੋ ਸਕਦਾ ਹੈ ਉਸੇ ਮੈਟਲ ਦੇ ਅੰਦਰ ਕੋਈ ਥੋੜੇ ਡੀਪ ਵਾਲੇ ਇਲੈਕਟ੍ਰੋਨ ਹੁੰਦੇ ਹੋਣ ਜਿਨ੍ਹਾਂ ਦਾ ਵਰਕ ਫੰਕਸ਼ਨ 6 ਹੁੰਦਾ ਹੋਵੇ, ਜਾਂ ਜਿਨ੍ਹਾਂ ਦਾ ਵਰਕ ਫੰਕਸ਼ਨ 7 ਹੁੰਦਾ ਹੋਵੇ। ਤਾਂ ਕਹਿੰਦਾ ਹੁਣ ਜਦੋਂ 7 ਵਾਲੀ ਲਾਈਟ ਆ ਰਹੀ ਹੈ ਤਾਂ ਹੁਣ ਆ ਵੀ ਬਾਹਰ ਆ ਸਕਦਾ ਹੋਊਗਾ, ਡੈਫੀਨੇਟਲੀ ਆ ਵੀ ਬਾਹਰ ਆ ਸਕਦਾ ਹੋਊਗਾ। ਪਰ ਜਦੋਂ 6 ਵਾਲਾ ਬਾਹਰ ਆਊਗਾ ਤਾਂ ਪਲੱਸ 1 ਨਾਲ ਆਊਗਾ, ਜਦੋਂ 7 ਵਾਲਾ ਆਊਗਾ ਤਾਂ ਜਸਟ ਹਲੇ ਬਾਹਰ ਆ ਹੀ ਹੋਊਗਾ। ਤੁਸੀਂ ਟ੍ਰਾਈਂਗ ਟੂ ਸੇ ਕਿ ਇਦਾਂ ਇੱਕ ਵੈਲੋਸਿਟੀ ਦਾ ਵੇਰੀਏਸ਼ਨ ਪੈਦਾ ਹੋ ਸਕਦਾ ਹੈ। ਠੀਕ ਹੈ, ਜਾਂ ਬਟ ਸੀਮਸ ਓਕੇ। ਤੇ ਚੌਥਾ, for some electron some part of energy gained during inelastic collision with photon is spent in overcoming attractive force by nucleus। ਨਹੀਂ, ਅਟਰੈਕਟਿਵ ਫੋਰਸ ਜੋ ਨਿਊਕਲੀਅਸ ਨਾਲ ਕੰਜ਼ਿਊਮ ਹੋਊਗੀ ਉਹਨੂੰ ਹੀ ਤਾਂ ਵਰਕ ਫੰਕਸ਼ਨ ਕਹਿ ਰਹੇ ਆ। ਉਹ ਤਾਂ ਕੋਈ ਨਵੀਂ ਐਕਸਪਲੇਨੇਸ਼ਨ ਨਹੀਂ ਹੋਈ ਨਾ। ਜਿਹੜੀ ਚੌਥੀ ਸਟੇਟਮੈਂਟ ਹੈ ਜਿਹੜੀ ਉਹ ਕਹਿ ਰਹੀ ਹੈ ਕਿ ਕੁਝ ਸਪੈਂਟ ਹੋ ਜਾਂਦਾ ਹੈ ਓਵਰਕਮਿੰਗ ਅਟਰੈਕਟਿਵ ਫੋਰਸ ਬਾਈ ਨਿਊਕਲੀਅਸ, ਦੈਟਸ ਆਲਰੇਡੀ ਦਾ ਵਰਕ ਫੰਕਸ਼ਨ। ਜਿੰਨੇ ਤੁਸੀਂ ਇੱਕ ਸਿਸਟਮ 'ਚ ਬਾਉਂਡ ਹੁੰਦੇ ਹੋ ਵੀ ਉਹ ਤੁਹਾਨੂੰ ਛੱਡ ਨਹੀਂ ਰਿਹਾ ਹੁੰਦਾ ਬੰਦਾ, ਉਹ ਅਟਰੈਕਟਿਵ ਫੋਰਸ ਹੀ ਤਾਂ ਹੈ। ਉਹ ਤਾਂ ਪੁਆਇੰਟ ਫਿਰ ਪਹਿਲਾਂ ਹੀ ਕਾਊਂਟ ਹੋ ਚੁੱਕਿਆ ਹੈ ਨਾ। ਸਹੀ ਹੈ, ਠੀਕ ਹੈ। ਹਾਂ, ਫਿਰ ਇਹਦੀ ਤਾਂ ਥਰਡ ਬਹੁਤ ਸੋਹਣੀ ਐਕਸਪਲੇਨੇਸ਼ਨ ਬਣ ਰਹੀ ਹੈ। पहला इलेक्ट्रॉन्स लूज एनर्जी इन द फॉर्म ऑफ हीट, नहीं ऐसा कुछ नहीं, हीट का कोई सीन नहीं होता, पटक देने बाहर आ जाऊगा तो बाकी तो लॉसेस जो करूंगा बाहर ही करूंगा, हीट का अंदर कोई रोड़ा नहीं है। नहीं, रिकॉर्डिंग कर रहे हैं बच्चे डाउट्स। कंसिडर बीम ऑफ इलेक्ट्रॉन्स, किसी इलेक्ट्रॉन with energy not incident metal surface kept in evacuated chamber, no electrons will be emitted as only photons can emit। अच्छा ठीक है, मतलब इलेक्ट्रॉन तो इलेक्ट्रॉन मार रहे हैं उन पर, फोटोन नहीं मार रहे। नो इलेक्ट्रॉन्स विल बी emitted as only photons can, नहीं पहला तो गलत है। ਤਾਂ ਹੀਟ ਨਾਲ ਵੀ ਕੱਢੇ ਜਾ ਸਕਦੇ, ਥਰਮਲ ਇਮਿਸ਼ਨ ਵੀ ਕਰੀ ਜਾ ਸਕਦੀ ਹੈ, ਫੀਲਡ ਇਮਿਸ਼ਨ ਵੀ ਕਰੀ ਜਾ ਸਕਦੀ ਹੈ। ਇਲੈਕਟ੍ਰੋਨਸ ਕੈਨ ਬੀ emitted but all within energy node, electrons can be emitted with any energy with maximum of this, electrons can be emitted with any energy with the maximum of the node। ਅੱਛਾ, ਕਹਿ ਰਿਹਾ ਕਿ E ਨॉट ਹੀ ਮਾਰਤਾ ਆਪਾਂ ਹੁਣ। ਲੇਕਿਨ ਐਸਾ ਕੁਛ ਮੈਂ ਪੜਿਆ ਤਾਂ ਹੈ ਨਹੀਂ ਕਿ ਇਲੈਕਟ੍ਰੋਨ ਨਾਲ ਇਲੈਕਟ੍ਰੋਨ ਕੱਢਿਆ ਜਾ ਸਕਦਾ ਹੈ। ਕੱਢਿਆ ਤਾਂ ਵੈਸੇ ਜਾ ਹੀ ਸਕਦਾ ਹੋਊਗਾ ਪਾਰਟੀਕਲ ਥਰੋ ਕਰਕੇ ਉੱਤੇ, ਲੇਕਿਨ ਇਲੈਕਟ੍ਰੋਨ ਚ ਮੈਨੂੰ ਨਹੀਂ ਲੱਗਦਾ। ਮੇ ਬੀ ਹੁਣ ਇਹਨਾਂ ਚੋਂ ਲਾਈਕ ਪਹਿਲਾਂ ਤਾਂ ਮੈਨੂੰ ਵੈਸੇ ਤਾਂ ਗਲਤ ਲੱਗ ਰਿਹਾ ਕਿਉਂਕਿ ਇਲੈਕਟ੍ਰੋਨ ਕੱਢਣ ਦਾ ਹੋਰ ਵੀ ਤਰੀਕਾ ਹੁੰਦਾ ਹੈ, ਇਕੱਲੇ ਫੋਟੋਨਸ ਹੀ ਨਹੀਂ ਐਮਿਟ ਕਰ ਸਕਦੇ। ਉਹ ਤਾਂ ਗਲਤ ਹੋ ਗਿਆ। ਬਾਕੀਆਂ ਚੋਂ ਸਾਰਿਆਂ ਚੋਂ ਕਹਿ ਰਿਹਾ ਵੀ ਐਮਿਟ ਤਾਂ ਹੋ ਹੀ ਰਹੇ ਆ, ਤਾਂ ਫਿਰ ਉਹਨਾਂ ਨੂੰ ਆਪਾਂ ਠੀਕ ਹੀ ਮੰਨ ਲੈਂਦੇ ਆ। ਉਹਨਾਂ ਚੋਂ ਫਿਰ ਬੈਸਟ ਆਹੀ ਲੱਗ ਰਹੀ, ਇਲੈਕਟ੍ਰੋਨਸ ਕੈਨ ਬੀ ਐਮਿਟਡ ਵਿਦ ਐਨੀ એનર્ਜੀ ਵਿਦ ਮੈਕਸਿਮਮ ਆਫ ਦਿਸ ਮਚ। ਠੀਕ ਹੈ, ਸਹੀ ਗੱਲ ਹੈ, ਫਿਰ ਇਹਨਾਂ ਚੋਂ ਤਾਂ ਬੈਸਟ ਸੀ ਲੱਗ ਰਿਹਾ, ਜਾਂ ਉਹਨੇ ਇਹ ਦਿੱਤਾ ਹੋਊਗਾ ਜੋ ਕਿ ਵੈਸੇ ਗਲਤ ਹੈ। Stopping potential depends on frequency of incident light, yes right। Stopping potential is related to maximum kinetic energy by this, हाँ right। हाँ ठीक है, ਇੱਕ ਤਰੀਕੇ ਨਾਲ ਐਕਸਪਲੇਨੇਸ਼ਨ ਹੋਗੀ ਬਿਕੋਜ਼ ਸਟਾਪਿੰਗ ਪੋਟੈਂਸ਼ੀਅਲ ਫ੍ਰੀਕੁਐਂਸੀ ਤੇ ਡਿਪੈਂਡ ਕਰਦਾ ਹੈ। ਉਹ ਅਜ਼ਰਸ਼ਨ ਸੀ, ਉਹ ਠੀਕ ਹੈ। ਸਟਾਪਿੰਗ ਕੇ ਤੇ ਡਿਪੈਂਡ ਕਰ ਰਿਹਾ ਤੇ ਜਿਹੜੀ ਕੇ ਆ ਉਹ ਫ੍ਰੀਕੁਐਂਸੀ ਤੇ ਡਿਪੈਂਡ ਕਰਦੀ ਹੈ, ਤਾਂ ਅਲਟੀਮੇਟਲੀ ਡਿਪੈਂਡੈਂਸ ਹੋ ਹੀ ਗਿਆ ਨਾ। ਤਾਂ ਸਹੀ ਹੈ, ਦੋਵੇਂ ਐਕਸਪਲੇਨੇਸ਼ਨ ਵੀ ਹੈ। Frequency of light on a metal surface is doubled, kinetic energy is more than doubled, right? The metal will provide additional energy to the emitted electron for light of higher frequency than। नहीं, metal will provide additional energy to the emitted for light of higher frequency। नहीं नहीं, ये की गल बनी। नहीं नहीं नहीं, ऐसा नहीं है, ਉਹਦੇ ਵਿੱਚ ਹੀ એનર્ਜੀ ਜ਼ਿਆਦਾ ਹੈ, ਬਸ ਉਹ ਸਿੱਧਾ ਡਬਲ ਨਹੀਂ ਹੋ ਪਾ ਰਿਹਾ। नहीं नहीं, काइनेटिक एनर्जी ऑफ इलेक्ट्रॉन इज मोर देन डबल्ड। मोर देन डबल्ड ਦਾ ਰੀਜ਼ਨ ਤੁਸੀਂ ਫ੍ਰੀਕੁਐਂਸੀ ਡਬਲ ਕੀਤੀ ਹੈ, ਤਾਂ ਕਾइनेटिक एनर्जी ਸਿੱਧੀ ਡਬਲ ਨਹੀਂ ਹੋ ਰਹੀ। ਠੀਕ ਹੈ, काइनेटिक एनर्जी ऐसा ही ਗੱਲ ਹੈ, ਮੋਰ ਦੇਨ ਡਬਲਡ ਆਉਂਦੀ ਹੈ, ਗ੍ਰੇਟਰ ਦੇਨ ਡਬਲ ਆਊਗੀ। ਮੈਟਲ ਵਿਲ ਪ੍ਰੋਵਾਈਡ, ਨਹੀਂ ਮੈਟਲ ਤਾਂ ਕਿਉਂ ਪ੍ਰੋਵਾਈਡ ਕਰੂਗਾ।
ਮੈਟਲ ਪ੍ਰੋਵਾਈਡ ਕਿਉਂ ਕਰੂਗਾ? ਇਹ ਤਾਂ ਕੈਲਕੂਲੇਸ਼ਨ ਵੈਸੇ ਵੀ ਇਦਾਂ ਹੁੰਦੀ ਹੈ ਕਿ ਪਹਿਲਾਂ ਆਪਾਂ ਲਿਖਦੇ ਹਾਂ ਵੀ K is equal to ਆਪਾਂ ਲਿਖਦੇ ਹਾਂ ਨਾ HF ਮਾਈਨਸ ਵਰਕ ਫੰਕਸ਼ਨ ਦਾ। ਹੁਣ ਮੰਨ ਲਓ ਤੁਸੀਂ ਇਹਨੂੰ ਡਬਲ ਕਰਤਾ HF ਨੂੰ, ਤਾਂ ਇਹ 2HF ਹੋ ਗਿਆ, ਰਾਈਟ? 2HF ਹੋ ਗਿਆ ਤੇ ਮਾਈਨਸ ਵਰਕ ਫੰਕਸ਼ਨ ਹੋ ਗਿਆ, ਇਹ ਨਵੀਂ ਕਾਈਨੈਟਿਕ એનર્ਜੀ ਮਿਲਣ ਲੱਗ ਗਈ। ਜਦੋਂ ਇਹਨੂੰ ਸੋਲਵ ਕਰਿਆ ਜਾਂਦਾ ਤਾਂ ਪਤਾ ਚੱਲਦਾ ਜਿਹੜਾ K ਡੈਸ਼ ਆ ਉਹ ਗ੍ਰੇਟਰ ਦੈਨ 2K ਹੈ। ਠੀਕ ਹੈ। ਹੁਣ ਇਹ ਤਾਂ ਮੈਨੂੰ ਤਾਂ ਇਹੀ ਲੱਗ ਰਿਹਾ ਵੀ ਇਹ ਤਾਂ ਮੈਥਮੈਟਿਕਲੀ ਲਾਈਕ ਆ ਚੀਜ਼ ਮੇਰੇ ਖਿਆਲ ਡਬਲ ਹੋਈ। ਹਾਂ ਰਾਈਟ ਹੈ। ਉਹ ਡਬਲ ਹੋਈ ਤੇ ਉਹਦੇ ਵਿੱਚੋਂ ਜਿਹੜਾ ਇਹ ਮਾਈਨਸ ਹੋ ਰਿਹਾ ਸੀਗਾ ਉਹ ਘੱਟ ਹੈ। ਜਿਹੜਾ ਬੰਦਾ ਜਿਵੇਂ ਜੇ ਤਾਂ ਮੰਨ ਲਓ ਆਪਾਂ ਇਹਨੂੰ ਇਹ ਕਹਿ ਦਈਏ ਕਿ ਬਈ K ਡੈਸ਼ ਇਜ਼ ਇਕੁਅਲ ਟੂ, ਮੰਨ ਲਾ ਇਹ 2HF ਮਾਈਨਸ 2 ਵਰਕ ਫੰਕਸ਼ਨ ਹੋ ਜਾਂਦਾ, ਫਿਰ ਤਾਂ ਆਪਾਂ ਇਹਨੂੰ ਇਹ ਕਹਿ ਦਿੰਦੇ ਵੀ ਇਹ 2HF ਮਾਈਨਸ ਵਰਕ ਫੰਕਸ਼ਨ ਲਿਖਿਆ ਹੋਇਆ ਹੈ। ਫਿਰ ਤਾਂ ਇਹ ਫੀਲਿੰਗ ਆ ਜਾਂਦੀ ਵੀ K ਡੈਸ਼ ਇਜ਼ ਇਕੁਅਲ ਟੂ 2K ਹੋ ਗਿਆ, ਕਿ ਚਲੋ ਠੀਕ ਹੈ ਥੋੜੀ ਜੀ ਸਮਝ ਗਿਆ ਮੇਰੀ ਗੱਲ ਤੂੰ, ਵੀ ਆ ਤਾਕਤ ਵੀ ਡਬਲ ਹੋ ਗਈ, ਵਰਕ ਫੰਕਸ਼ਨ ਵੀ ਡਬਲ ਹੋ ਗਿਆ, ਉਹ ਡਬਲ ਵਾਲਾ ਫੈਕਟਰ ਬਾਹਰ ਆ ਗਿਆ, ਤਾਂ HF ਮਾਈਨਸ ਫਾਈ ਹੈ ਜਿਹੜਾ ਪੁਰਾਣਾ K ਹੋ ਗਿਆ, ਤਾਂ ਆਪਾਂ ਇਹ ਕਹਤਾ ਵੀ ਹੁਣ ਇਹ ਡਬਲ ਹੋ ਗਿਆ। ਠੀਕ ਹੈ। ਹੁਣ ਉਹ ਮੈਥਮੈਟਿਕਲੀ ਉਹ ਦੋ ਦਾ ਫੈਕਟਰ ਇੱਥੇ ਥੱਲੇ ਹੈ ਨਹੀਂ, ਤਾਂ ਉਹ ਚੀਜ਼ ਐਗਜ਼ੈਕਟਲੀ 2 ਹੋਣ ਤੋਂ ਜ਼ਿਆਦਾ ਹੋ ਰਹੀ ਹੈ, ਬਿਕੋਜ਼ ਜਿਹੜੀ ਟਰਮ ਮਾਈਨਸ ਹੋ ਰਹੀ ਹੈ ਉਹ ਘੱਟ ਹੈ, ਬਿਕੋਜ਼ ਇੱਥੇ ਜੇ 25 ਮਾਈਨਸ ਹੁੰਦਾ ਤਾਂ ਡਬਲ ਬਣਦਾ, ਉੱਥੇ 25 ਮਾਈਨਸ ਨਹੀਂ ਸੀ ਹੋ ਰਿਹਾ, ਤਾਂ ਉਹ 2 ਤੋਂ ਜ਼ਿਆਦਾ ਬਣਨ ਲੱਗ ਗਿਆ 2K ਤੋਂ। ਇਹਦਾ ਇੱਕ ਮੈਥਮੈਟੀਕਲ ਰੀਜ਼ਨ ਹੈ, ਮੈਂ ਇਹ ਤੇ ਇਦਾਂ ਥੋੜੀ ਹੋਊਗਾ ਕਿ ਮੈਟਲ ਉਹਨੂੰ ਪ੍ਰੋਵਾਈਡ ਕਰ ਰਿਹਾ, ਉਹ ਲਾਈਟ ਹੀ ਡਬਲ એનર્ਜੀ ਲੈ ਕੇ ਆ ਰਹੀ ਹੈ ਪਹਿਲਾਂ ਹੀ, ਬਸ ਉਸ ਤੋਂ ਜਿਹੜਾ ਹੁਣ ਵਰਕ ਫੰਕਸ਼ਨ ਹੈ ਉਹ ਘਟ ਰਿਹਾ ਹੈ। ਸਮਝ ਆਈ ਗੱਲ? Photoelectric supports the quantum nature. Photoelectric emission is instantaneous. Yes, ਇਹ instantaneous ਹੁੰਦਾ ਹੈ। ਤੇ ਇਹ ਕੀ ਸਪੋਰਟ ਕਰਦਾ ਹੈ? ਕੁਆਂਟਮ ਨੇਚਰ ਆਫ ਲਾਈਟ। ਕੁਆਂਟਮ ਵਰਡ ਹੁਣ ਜਿਹੜਾ ਆਪਾਂ ਇੱਥੇ ਕਿਹਨੂੰ ਕਹਿ ਦਈਏ, ਕੁਆਂਟਮ ਨੇਚਰ ਆਫ ਲਾਈਟ ਨਹੀਂ, ਪਾਰਟੀਕਲ ਨੇਚਰ ਤੇ ਕੁਆਂਟਮ ਨੇਚਰ ਇਹ ਅਲੱਗ ਚੀਜ਼ ਹੁੰਦੀ ਹੈ। ਫੋਟੋ ਇਲੈਕਟ੍ਰਿਕ ਤਾਂ ਪਾਰਟੀਕਲ ਨੇਚਰ ਨੂੰ ਸਪੋਰਟ ਕਰਦੇ ਕਿ ਇੱਕ ਜਗ੍ਹਾ ਤੇ ਮੌਜੂਦਗੀ ਹੈ ਇਹਦੀ। ਕੁਆਂਟਮ ਨੇਚਰ ਥੋੜਾ ਜ਼ਿਆਦਾ ਕੰਪਲੈਕਸ ਹੁੰਦਾ ਹੈ ਕਿ ਠੀਕ ਹੈ ਸਾਈਮਲਟੇਨੀਅਸਲੀ ਵੇਵ ਵੀ ਹੈ, ਸਾਈਮਲਟੇਨੀਅਸਲੀ ਪਾਰਟੀਕਲ ਵੀ ਹੈ। ਆਈ ਥਿੰਕ ਵਰਸ਼ਨ ਰੋਂਗ ਹੈ ਤੇ ਰੀਜ਼ਨ ਜਿਹੜਾ ਉਹ ਪਰਸਨਲੀ ਇੱਕ ਸਹੀ ਸਟੇਟਮੈਂਟ ਹੈ। ਥ੍ਰੈਸ਼ੋਲਡ ਫ੍ਰੀਕੁਐਂਸੀ ਆਫ ਫੋਟੋਇਲੈਕਟ੍ਰਿਕ ਸਪੋਰਟਸ ਦ ਪਾਰਟੀਕਲ ਨੇਚਰ ਆਫ ਰਾਈਟ, ਸਹੀ ਗੱਲ ਹੈ। If frequency of incident light is less than the threshold, electrons are not emitted from the, ਸਹੀ ਗੱਲ ਹੈ, ਨਹੀਂ ਨਿਕਲਣਗੇ। हाँ राइट है, बिल्कुल कह सकते हो। फ्रीक्वेंसी ऑफ इंसिडेंट राइट है लेस देन, हाँ नहीं निकले ਤੇ ਥ੍ਰੈਸ਼ੋਲਡ ਫ੍ਰੀਕੁਐਂਸੀ ਦੀ ਮੌਜੂਦਗੀ ਹੀ ਪਾਰਟੀਕਲ ਨੇਚਰ ਨੂੰ ਸਪੋਰਟ ਕਰਦੀ ਹੈ। ਠੀਕ ਹੈ, ਕਹਿ ਸਕਦੇ ਹੋ, ਤਾਂ ਮੈਂ ਰਾਈਟ ਕਹਿ ਦੂੰਗਾ ਤੇ ਐਕਸਪਲੇਨੇਸ਼ਨ ਦੀ। ਗੀਗਰ ਮਾਸਟਰ ਐਕਸਪੈਰੀਮੈਂਟ, ਇੱਕ ਆ ਕੇ ਅਲਫਾ ਪਾਰਟੀਕਲ ਐਕਸਪੈਰੀਮੈਂਟ ਚ ਕੋਈ ਆਪਾਂ ਫਾਰਮੂਲਾ ਬਣਾਉਣੇ ਆ ਕਿ ਜਿਹੜਾ ਉਹ ਅਲਫਾ ਪਾਰਟੀਕਲ ਆਪਾਂ ਮਾਰਦੇ ਆ, ਥਰੋ ਕਰਦੇ ਆ ਗੋਲਡ ਫੋਇਲ ਤੇ ਨਿਊਕਲੀਅਸ ਦਾ ਸਾਈਜ਼ ਪਤਾ ਕਰਦੇ ਆ, ਉਹਦੇ ਨਾਲ ਜੁੜਿਆ ਹੋਇਆ ਕੋਈ ਨੂਮੈਰੀਕਲ ਹੁੰਦਾ? ਫਿਲਹਾਲ ਛੱਡ ਦੇ ਇਹਨੂੰ, ਜਦੋਂ ਫਾਰਮੂਲਾ ਨਹੀਂ ਪਤਾ ਤਾਂ। When an atomic gas or vapor is excited at low pressure by passing electric current through it at atomic gas or vapor excited ਕੀਤਾ ਗਿਆ ਉਹਨੂੰ by passing electric current, ਤਾਂ ਪਹਿਲਾਂ ਉਹ absorb ਕਰੂਗੀ ਫਿਰ ਉਹ emission ਕਰੂਗੀ, emission spectrum ਤੇ absorption spectrum। ਠੀਕ ਹੈ। band spectrum, ਨਹੀਂ ਮੈਨੂੰ ਕੋਈ ਆਈਡੀਆ ਨਹੀਂ ਇਹਦੇ ਬਾਰੇ। Hydrogen atom emits light when it changes from this energy level to this energy level. Which color of the light would the atom emit? ਇਹ ਤਾਂ wavelength ਕੱਢਣੀ ਪੈਣੀ ਹੈ ਤੇ ਫਿਰ ਉਹ ਯਾਦ ਕਰਨਾ ਪੈਣਾ ਵੀ ਉਹ wavelength ਕਿਹੜੇ ਕਲਰ ਦੀ ਹੈ। ਜੰਪ ਲੱਗੂਗਾ ਨਾ ਜਦੋਂ ਲੈਵਲ ਤੋਂ ਪਹਿਲਾਂ ਲੈਂਡਾ ਕੱਢਣਾ ਪੈਣਾ। An atom of source of laser light, each atom is emitting light of frequency, then the total intensity produced is। ਠੀਕ ਹੈ, n ਐਟਮ ਹੈ ਤੇਰੇ ਕੋਲੇ, n ਚੋਂ ਹਰ ਬੰਦਾ I ਇੰਟੈਂਸਿਟੀ ਦੇ ਰਿਹਾ, then the total intensity produced ਕਿੰਨੀ ਆ ਜਾਊਗੀ? ਬਸ ਤਾਂ ਆਪਾਂ ਲੇਜ਼ਰ ਪੜ੍ਹਿਆ ਹੀ ਨਹੀਂ ਹੋਇਆ ਤਾਂ ਆਪਾਂ ਕਿਉਂ ਹੀ ਗੱਲ ਕਰ ਰਹੇ ਹਾਂ। ਸਹੀ ਗੱਲ ਹੈ, ਸਹੀ ਗੱਲ ਹੈ, ਛੱਡ ਦੇ। Alpha particle scattering number of alpha particle undergoes hadron collision is small fraction number of, in alpha particle scattering number of alpha particles undergoing head-on collision is small, ਸਹੀ ਗੱਲ ਹੈ। small fraction of number of incident particles rebound back, ਹਾਂ ਬਹੁਤ ਘੱਟ ਵਾਪਸ ਆਉਂਦੇ ਆ। ਹਾਂ head-on collision ਘੱਟ ਬੰਦਿਆਂ ਦਾ ਹੋਇਆ, ਇਸੇ ਕਰਕੇ small ਬੰਦੇ ਵਾਪਸ ਆਏ।
ਉਹ assertion ਹੈ ਤੇ ਉਹਦਾ ਰੀਜ਼ਨ ਹੈ। ਰਾਈਟ, ਸਹੀ ਹੈ। ਪੰਜਵਾਂ, most of mass the atom is concentrated in nucleus, ਸਹੀ ਗੱਲ ਹੈ। alpha alpha particles striking a gold sheet are scattered in different directions। all alpha particles striking a gold sheet are scattered in different directions। ਸਾਰੇ ਡਿਫਰੈਂਟ ਨਹੀਂ ਜਾਂਦੇ, ਮਤਲਬ ਕੁਛ ਇੱਕ ਥਾਂ ਤੇ ਰਿਪੀਟ ਵੀ ਤਾਂ ਹੋਣਗੇ, ਵੀ ਜੇ ਇੱਕ ਬੰਦਾ ਐ ਮੁੜਿਆ ਅਗਲਾ ਵੀ ਉਵੇਂ ਮੁੜੂਗਾ, ਵੀ ਅਲਫਾ ਪਾਰਟੀਕਲ ਜਿਹੜਾ ਆਪੇ ਇੱਕ ਸੁੱਟਿਆ ਬਹੁਤ ਸਾਰੇ ਅਲਫਾ ਪਾਰਟੀਕਲ ਥਰੋ ਕਰੇ, ਤੇ ਹੋ ਸਕਦਾ ਜੋ ਪਹਿਲੇ ਪਾਰਟੀਕਲ ਨੇ ਕਰਿਆ ਉਹ ਪੰਜਵਾਂ ਫੇਰ ਕਰਦੇ, ਦਸਵਾਂ ਫੇਰ ਕਰਦੇ, ਵੀ ਪਾਥ ਤਾਂ ਸੇਮ ਸੇਮ ਹੋ ਹੀ ਸਕਦਾ, ਬਟ ਵੈਸੇ ਬਹੁਤ ਸਾਰੇ ਪਾਥ ਹੁੰਦੇ ਆ ਉੱਥੇ, ਕਹਿਣ ਦਾ ਭਾਵ ਹੁੰਦਾ। trajectory traced by an incident particle depend on impact parameter, ਸਹੀ ਗੱਲ ਹੈ। impact parameter ਹੁੰਦਾ ਵੀ ਉਹ ਬੰਦਾ ਨਿਊਕਲੀਅਸ ਤੋਂ ਕਿੰਨੀ ਦੂਰ ਨੂੰ ਅਪਰੋਚ ਕਰ ਰਿਹਾ ਸੀ, ਉਹਦੇ ਤੇ ਡਿਪੈਂਡ ਕਰਦੀ ਹੈ, ਰਾਈਟ। impact parameter is the perpendicular distance of initial velocity vector from the, ਹਾਂ ਸਹੀ ਗੱਲ ਹੈ, correct ਹੈ। Bohr postulates states that electrons in stationary orbits around the nucleus do not radiate, नहीं करते जी, stationary as नहीं करते radiate। According to classical physics, all moving electrons radiate, हाँ क्योंकि सारे accelerated ਹੁੰਦੇ ਆ, ਜਿਹੜਾ accelerated charge ਹੁੰਦਾ ਹੈ ਨਾ ਉਹਨੇ EM wave ਦੇਣੀ ਹੁੰਦੀ ਹੈ, ਸਹੀ ਕਹਿ ਰਿਹਾ ਬੰਦਾ। ਬੋਹਰ ਪੋਸਟੂਲੇਟ ਨੇ ਕਿਹਾ ਕਿ ਬਾਈ ਨਹੀਂ ਇੱਥੇ ਨਹੀਂ ਕਰਨਗੇ ਸਟੇਬਲ ਆਰਬਿਟ, ਬਟ ਵੈਸੇ ਕਲਾਸੀਕਲ ਫਿਜ਼ਿਕਸ ਹਿਸਾਬ ਨਾਲ ਜਿਹੜੀ ਰਦਰਫੋਰਡ ਨੇ ਲਾਈ ਸੀ, ਉਹਦੇ ਹਿਸਾਬ ਨਾਲ ਜਿਹੜਾ all moving electrons ਨਹੀਂ, ਇਹ wrong ਹੈ, all accelerating electrons, ਐਕਸਲਰੇਟਿੰਗ ਬੰਦੇ ਚੋਂ ਈਐਮ ਵੇਵ ਨਿਕਲਦੀ ਹੈ ਹਮੇਸ਼ਾ, ਐਕਸਲਰੇਟਿੰਗ ਚਾਰਜ ਚੋਂ। ਤਾਂ ਜੇ ਉਹਨੇ ਸਰਕਲ ਜਾਣਾ ਸੀ ਤਾਂ ਐਕਸਲਰੇਟਡ ਹੋਣਾ ਸੀ, ਜੇ ਐਕਸਲਰੇਟਡ ਹੋਣਾ ਸੀ ਤਾਂ ਈਐਮ ਵੇਵ ਛੱਡਣੀ ਸੀ, ਤਾਂ ਕਰਕੇ ਉਹ ਪੁਰਾਣਾ ਮਾਡਲ ਫੇਲ ਹੋ ਗਿਆ ਸੀ ਰਦਰਫੋਰਡ ਵਾਲਾ, ਬਿਕੋਜ਼ ਉਹ ਸਰਕੂਲਰ ਮੋਸ਼ਨ 'ਚ ਰਹਿੰਦੇ ਰਹਿੰਦੇ ਫਿਰ ਉਹ ਟਿਕ ਨਹੀਂ ਸਕਦਾ, ਕੰਟੀਨਿਊਸਲੀ ਉਹ ਈਐਮ ਵੇਵਸ ਕਰਦੇ। ਬਟ ਇਹਦੇ ਗਲਤ ਹੋ ਗਿਆ ਰੀਜ਼ਨ, ਆਲ ਮੂਵਿੰਗ ਨਹੀਂ ਹੁੰਦਾ, ਜੇ ਤੁਸੀਂ ਸਿੱਧਾ ਸਿੱਧਾ ਕਾਂਸਟੈਂਟ ਵੈਲੋਸਿਟੀ ਨਾਲ ਜਾ ਰਹੇ ਹੋ ਫਿਰ ਨਹੀਂ ਕੋਈ ਰੇਡੀਏਸ਼ਨ ਹੁੰਦੀ, ਸਿਰਫ ਐਕਸਲਰੇਸ਼ਨ ਇਜ਼ ਦਾ ਕੇਸ। ਬੋਰ ਕਹਿੰਦਾ ਜੀ ਸਟੇਸ਼ਨਰੀ ਆਰਬਿਟਸ ਆਰ ਦੋਸ ਫॉर व्हिच एंगुलर मोमेंटम इज दिस, ਹਾਂ ਸਹੀ ਗੱਲ ਕਹਿ ਗਿਆ। ਲੀਨੀਅਰ ਮੋਮੈਂਟਮ ਆਫ ਦਾ ਇਲੈਕਟ੍ਰੋਨ ਇਨ ਦਾ ਐਟਮ ਇਜ਼ ਕੁਆਂਟਾਈਜ਼ਡ, ਲੀਨੀਅਰ ਐਟ ਮੋਮੈਂਟਮ ਕੁਆਂਟਾਈਜ਼ਡ ਹੈ। ਕੁਆਂਟਾਈਜ਼ਡ ਮਤਲਬ ਉਹਦੀ ਕੋਈ ਲਾਈਕ ਲੀਸਟ ਵੈਲਿਊ ਹੁੰਦੀ ਹੋਊਗੀ, ਹਨਾ। ਲੀਨੀਅਰ ਮੋਮੈਂਟਮ ਕੁਆਂਟਾਈਜ਼ਡ ਹੈ, ਐਂਗੂਲਰ ਮੋਮੈਂਟਮ ਕੁਆਂਟਾਈਜ਼ਡ ਹੁੰਦਾ ਹੈ ਵੈਸੇ, ਲੀਨੀਅਰ ਮੋਮੈਂਟਮ ਨਹੀਂ। ਲੀਨੀਅਰ ਮੋਮੈਂਟਮ ਵੀ ਫਿਰ ਐਮਬੀਆਰ ਵੈਸੇ ਜੇ ਲਿਖਾਂਗੇ ਆਪਾਂ ਤਾਂ, ਨਹੀਂ, ਐਂਗੂਲਰ ਮੋਮੈਂਟਮ ਹੁੰਦਾ ਯਾਰ ਆਈ ਗੈਸ, ਬਾਕੀ ਮੈਂ ਸ਼ੋਰ ਨਹੀਂ ਹੋ ਰਿਹਾ ਇਹਦੇ ਬਾਰੇ। It is essential that all lines available in the emission spectrum will not be available in absorption the spectrum of hydrogen only। नहीं, ये भी मैं तुम्हें चेक करके ਦੱਸਦਾ लक्ष्य ना, हाले नहीं। Rutherford's atomic model could account for ਸਿਰਫ ਇਹ ਉਹਦਾ ਦੇਖੋ ਸਟੇਬਿਲਿਟੀ, ਨਹੀਂ ਸਟੇਬਲ ਨਹੀਂ ਸੀ ਕਰ ਪਾਇਆ, ਉਹ ਕਲੈਸ਼ ਹੋ ਜਾਂਦਾ ਸੀ ਥੱਲੇ ਆ ਕੇ ਨਿਊਕਲੀਅਸ। origin of spectra ਨਹੀਂ, ਬਿਲਕੁਲ ਨਹੀਂ, ਇਹ ਸਾਰੇ ਬੋਹਰ ਨੇ ਕੀਤੇ ਆ ਪਹਿਲੇ ਦੋਵੇਂ ਕੰਮ। ਪੋਜ਼ਿਟਿਵ ਚਾਰਜ ਸੈਂਟਰਲ ਕੋਰ, ਹਾਂ ਇਹ ਤਾਂ ਇਹਨੇ ਸਾਬਿਤ ਕਰਦਾ ਸੀਗਾ, ਨਿਊਕਲੀਅਸ ਦੀ ਖੋਜ ਇਹਨੂੰ ਦਿੱਤੀ ਗਈ ਹੈ, ਬਿਲਕੁਲ ਸਹੀ, ਸੀ ਕਰੈਕਟ ਹੈ। ਬਾਕੀ ਤਿੰਨੇ ਚੀਜ਼ਾਂ ਬੋਹਰ ਦੀ ਦੇਣ ਹੈ। ਨੈਚੁਰਲ ਬੋਰੋਨ ਦਿਸ ਰੇਸ਼ੋ, ਇਹ ਉਹੀ ਹੈ ਪਹਿਲਾਂ ਵਾਲਾ, ਇਹ ਵੀ ਉਹੀ ਹੈ, ਦੇਖੋ ਐਟੋਮਿਕ weight abundance, ਇਹ abundance ਦਾ ਫਾਰਮੂਲਾ ਹੁੰਦਾ ਕੋਈ। two protons are kept at a separation of this much, F1 is the nuclear force, F is the electrostatic force between them। ਨਾ 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 ਨਾ, ਇਹ ਤਾਂ ਬਹੁਤ ਜ਼ਿਆਦਾ ਦੂਰੀ ਹੋ ਗਈ, 4 ਐਂਗਸਟ੍ਰੋਮ ਤਾਂ ਕਾਫੀ ਜ਼ਿਆਦਾ ਦੂਰ ਹੈ, ਉਹ ਤਾਂ ਫਰਮੀ ਤੇ ਕੰਮ ਕਰਦੀ ਹੈ ਨਿਊਕਲੀਅਰ ਫੋਰਸ, ਤਾਂ ਇਹਨਾਂ ਤੇ ਤਾਂ ਨਿਊਕਲੀਅਰ ਫੋਰਸ ਲੱਗੂਗੀ ਨਹੀਂ, ਹਨਾ, ਬਿਕੋਜ਼ ਦੇ ਆਰ ਟੂ ਫਾਰ ਅਪਾਰਟ। 40 ਐਂਗਸਟ੍ਰੋਮ ਤਾਂ ਬਹੁਤ ਦੂਰ ਹੋ ਗਿਆ, ਉਹ ਤਾਂ 10 ਦੀ ਪਾਵਰ ਮਾਈਨਸ 15 15 ਜਿੰਨੇ ਸਮਾਲ ਤੇ ਹੀ ਲੱਗਦੀ ਹੈ ਬਸ। ਇਲੈਕਟ੍ਰਿਕ ਬਹੁਤ ਗ੍ਰੇਟਰ ਆ ਜਾਊਗੀ ਨਿਊਕਲੀਅਰ ਨਾਲੋਂ, ਇਹ ਚ ਨੋਟ ਕਰ ਲਾ। Radius of a nucleus is determined by electron scattering is found to be slightly different determined alpha particle ਤੇ electron scattering, electron scattering senses the charge distribution of the nucleus, whereas alpha and similar particles sense the nuclear matter। um maybe ਕਹਿ ਸਕਦੇ ਹੋ ਕਿ ਜਿਹੜਾ ਇਲੈਕਟ੍ਰੋਨ ਹੈ ਉਹ ਬਾਹਰੋਂ ਇਲੈਕਟ੍ਰੋਨ ਤੋਂ ਵੀ, ਲੇਕਿਨ ਇਹ ਤਾਂ ਕੋਈ ਗੱਲ ਨਹੀਂ ਬਣੂਗੀ ਨਾ, ਕਿਉਂਕਿ ਜਿਹੜਾ ਇਲੈਕਟ੍ਰੋਨ ਹੈ, ਨਹੀਂ ਉਹ ਤਾਂ ਚਾਹੇ ਅਲਫਾ ਪਾਰਟੀਕਲ ਆਵੇ ਚਾਹੇ ਇਲੈਕਟ੍ਰੋਨ ਆਵੇ, ਸ਼ਾਇਦ ਇਹ ਹੈ ਕਿ ਇਲੈਕਟ੍ਰੋਨ ਜਿਹੜਾ ਉਹ ਜ਼ਿਆਦਾ ਪ੍ਰਭਾਵਿਤ ਹੋ ਜਾਂਦਾ ਹੋਊਗਾ ਇਲੈਕਟ੍ਰੋਨ ਇਲੈਕਟ੍ਰੋਨ ਰਿਪਲਸ਼ਨ ਤੋਂ, ਜਿਹੜਾ ਅਲਫਾ ਪਾਰਟੀਕਲ ਉਹ ਕਾਫੀ ਮੈਸਿਵ ਹੁੰਦਾ ਹੈ, ਤਾਂ ਉਹ ਅਲਫਾ ਪਾਰਟੀਕਲ ਨੂੰ ਜਿਹੜੇ ਬਾਹਰ ਵਾਲੇ ਇਲੈਕਟ੍ਰੋਨ ਆ ਨਾ ਉਹਨਾਂ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ ਹੋਣਾ, ਤਾਂ ਉਹ ਸਿੱਧਾ ਜਾ ਕੇ ਨਿਊਕਲੀਅਸ ਨਾਲ ਟੱਕਰ ਖਾਂਦਾ ਹੋਊਗਾ। ਇਲੈਕਟ੍ਰੋਨ ਮੇ ਵੀ ਹਲਕਾ ਹੁੰਦਾ ਨਾ, ਤਾਂ ਉਹ ਰਸਤੇ 'ਚ ਹੀ ਜਿਹੜੇ
ਬਾਹਰ ਇਲੈਕਟ੍ਰੋਨਸ ਹੈ ਨਿਊਕਲੀਅਸ ਦੇ ਬਾਹਰ, ਉਹੀ ਉਹਨੂੰ ਮਾੜਾ ਮੋਟਾ ਰਿਪੈਲ ਕਰਕੇ ਇੱਧਰ ਉੱਧਰ ਭਜਾ ਦੇਣਗੇ। ਸਮਝ ਆਈ ਗੱਲ? ਤਾਂ ਵੀ ਨੀਡ ਸਮਥਿੰਗ ਹੈਵੀ ਜੋ ਇਲੈਕਟ੍ਰੋਨਸ ਨਾਲ ਜ਼ਿਆਦਾ ਪਾਰਟਿਸਿਪੇਟ ਨਾ ਕਰੇ, ਸਿੱਧੀ ਜਾ ਕੇ ਨਿਊਕਲੀਅਸ ਨਾਲ ਗੱਲ ਕਰੇ। Thermonuclear fusion reactions may become the source of unlimited power for mankind. मुझे पे की पता ਹੁਣ mankind ਦਾ ਤਾਂ a single fusion event involving isotope produces more than this ਲੇਕਿਨ ਇਹ ਹੁਣ ਫੈਕਟਰ ਮੈਨੂੰ ਇਹ ਦੇਖਣਾ ਪੈਣਾ ਆਪਾਂ ਨੂੰ। ਮੈਨੂੰ ਲੱਗਦਾ ਵੀ ਇਟਸ ਇਟਸ ਨਾਟ ਅਬਾਊਟ ਇਟਸ ਨਾਟ ਅਬਾਊਟ ਕਿ એનર્ਜੀ ਜ਼ਿਆਦਾ ਬਣਦੀ ਹੈ, ਇਟਸ ਅਬਾਊਟ ਕਿ ਮੈਨੂੰ ਲੱਗਦਾ ਉਹ ਲਾਈਕ ਜਿਹੜੇ ਪ੍ਰੋਡਕਟਸ ਹੈ ਨਾ ਬਹੁਤ ਈਜ਼ੀਲੀ ਅਵੇਲੇਬਲ ਹੁੰਦੇ ਆ। ਜਿਵੇਂ ਹਾਈਡਰੋਜਨ ਹੈ, ਹਾਈਡਰੋਜਨ ਤਾਂ ਆਪਣੇ ਕੋਲ ਈਜ਼ੀਲੀ ਅਵੇਲੇਬਲ ਹੈ। ਤੁਸੀਂ ਫਿਊਜ਼ਨ ਕਰਾਉਣਾ ਹਾਈਡਰੋਜਨ ਦਾ, ਹਾਈਡਰੋਜਨ ਜਿੰਨੀ ਮਰਜ਼ੀ ਬਣਾਈ ਜਾਓ, ਰਿਐਕਸ਼ਨ ਕਰੀ ਜਾਓ ਗੈਸਾਂ ਦੇ, ਨਾ ਤਾਂ ਬਣੀ ਜਾਊਗੀ ਬਣੀ ਜਾਊਗੀ ਬਣੀ ਜਾਊਗੀ। ਜਿਹੜਾ ਇਹ ਯੂਰੇਨੀਅਮ ਵਗੈਰਾ ਹੁੰਦੇ ਆ ਨਾ, ਇਹ ਲਿਮਿਟਿਡ ਸਪਲਾਈ 'ਚ ਹੈ ਆਪਣੇ ਕੋਲੇ, ਇਹ ਖਤਮ ਹੋ ਜਾਣਗੇ, ਡਿਪਲੀਟ ਹੋ ਜਾਣਗੇ ਆਈ ਥਿੰਕ। ਠੀਕ ਹੈ, ਉਹ ਇੱਕ ਰੀਜ਼ਨ ਹੁੰਦਾ ਕਿ ਆਪਾਂ ਫਿਊਜ਼ਨ ਪਿੱਛੇ ਇੰਨਾ ਭੱਜ ਰਹੇ ਹਾਂ ਕਿ ਯਾਰ ਵੀ ਫਿਊਜ਼ਨ ਜੇ ਆਪਾਂ ਨੂੰ ਮਿਲ ਜੇ ਨਾ ਤਾਂ ਮਜ਼ਾ ਆ ਜਾਏ, ਬਿਕੋਜ਼ ਉਹਦਾ ਰॉ ਮਟੀਰੀਅਲ ਈਜ਼ੀਲੀ ਅਵੇਲੇਬਲ ਹੈ। ਆਈ ਥਿੰਕ ਦੈਟਸ ਦ ਰੀਜ਼ਨ। ਬਾਕੀ ਇਹ એનર્ਜੀ ਵਾਲਾ ਪੁਆਇੰਟ ਇੱਕ ਫੈਕਟਰ ਤੂੰ ਚੈੱਕ ਕਰ ਲਾ, ਇੱਕ ਫਿਊਜ਼ਨ ਚੋਂ ਮੈਂ ਕਾਪੀ ਤੇ ਲਿਖਾਇਆ ਵੀ ਹੋਣਾ ਵੀ ਇੱਕ ਫਿਊਜ਼ਨ ਚੋਂ ਕਿੰਨੀ એનર્ਜੀ ਬਣੀ ਤੇ ਇੱਕ ਫਿਸ਼ਨ ਚੋਂ ਕਿੰਨੀ ਬਣੀ, ਉਹ ਕੰਪੇਅਰ ਕਰ ਲਓ।